हाँ जी बेटा, ये अपना जिहड़ा हैगा 23 फरवरी का लैक्चर है जिस दे विच ਆਪਾਂ ने ਨੂਮੈਰਿਕ फंक्शन चैप्टर स्टार्ट किया होया तो उस दे विच आपां 9th प्रॉपर्टी जिहड़ी है ਉਹ ਸਟਾਰਟ ਕੀਤੀ ਸੀ। ਨੂਮੈਰਿਕ ਫੰਕਸ਼ਨ SIA ਤੇ S-IA ਬਾਰੇ ਮੈਂ ਤੁਹਾਨੂੰ ਦੱਸ ਰਹੀ ਸੀਗੀ। SIA ਬਾਰੇ ਮੈਂ ਤੁਹਾਨੂੰ ਦੱਸ ਚੁੱਕੀ ਸੀਗੀ। ਇਸ ਦੇ ਵਿੱਚ ਕੀ ਹੁੰਦਾ ਹੈ, SIA ਦੀ ਜਿਹੜੀ ਆ ਵੈਲਿਊ ਹੈ ਤੁਸੀਂ ਯਾਦ ਰੱਖਣੀ ਹੈ ਕਿ SIA ਇਜ਼ ਇਕੁਅਲ ਟੂ 0 ਲੈਸ ਦੈਨ ਇਜ਼ ਇਕੁਅਲ ਟੂ 0 ਹੁੰਦਾ ਜਦੋਂ R ਦੀ ਵੈਲਿਊ 0 ਤੇ I-1 ਦੇ ਵਿਚਕਾਰ ਹੁੰਦੀ ਹੈ, ਤੇ ਇਹਦੀ ਵੈਲਿਊ AR-I ਦੇ ਇਕੁਅਲ ਹੁੰਦੀ ਜਦੋਂ I ਦੀ ਵੈਲਿਊ R ਦੀ ਵੈਲਿਊ ਗ੍ਰੇਟਰ ਦੈਨ ਇਕੁਅਲ ਟੂ I ਹੁੰਦੀ ਹੈ। ਇਹ ਵੈਲਿਊ ਤੁਸੀਂ ਯਾਦ ਰੱਖਣੀ ਹੈ SIA ਦੀ। ਤਾਂ ਇਹਨੂੰ ਤੁਸੀਂ ਸੋਲਵ ਕਿਸ ਤਰ੍ਹਾਂ ਕਰਨਾ ਹੈ, ਜਿਵੇਂ ਤੁਹਾਨੂੰ ਕੋਈ ਵੀ ਫੰਕਸ਼ਨ ਨੂਮੈਰਿਕ ਫੰਕਸ਼ਨ AR ਇਸ ਤਰ੍ਹਾਂ ਗਿਵਨ ਹੈਗਾ, ਕਲੀਅਰ। ਤਾਂ ਤੁਸੀਂ ਜਿਵੇਂ ਵੈਲਿਊ ਫਾਈਂਡ ਆਊਟ ਕਰਨੀ ਹੈ S5A ਦੀ, ਤਾਂ ਯਾਨੀ ਕਿ I ਦੀ ਵੈਲਿਊ ਕੀ ਹੁਣ ਤੁਹਾਨੂੰ 5 ਗਿਵਨ ਹੈ, ਤੇ ਤੁਸੀਂ ਜਸਟ ਕੀ ਕਰਨਾ ਹੈ, ਇਹਦੇ ਵਿੱਚ ਤੁਸੀਂ I ਦੀ ਵੈਲਿਊ 5 ਪੁੱਟ ਕਰ ਦਿਓ। ਪਹਿਲਾਂ ਤਾਂ I ਦੀ ਜਗ੍ਹਾ 'ਤੇ 5 ਪੁੱਟ ਕਰਤਾ, R-5 ਤੇ 5-1 ਕੀ ਹੋ ਜਾਏਗਾ 4 ਹੋ ਜਾਏਗਾ, ਤੇ R ਇਜ਼ ਗ੍ਰੇਟਰ ਦੈਨ ਇਕੁਅਲ ਟੂ 5 ਹੋ ਜਾਏਗਾ। ਹੁਣ ਇੱਥੋਂ ਦੇਖੋ ਇੱਕ ਰਿਜ਼ਲਟ ਜਿਹੜਾ ਉਹ ਤਾਂ ਕਲੀਅਰ ਹੀ ਹੈ ਤੁਹਾਡਾ ਕਿ ਜਦੋਂ R ਦੀ ਵੈਲਿਊ 0 ਤੋਂ 4 ਦੇ ਵਿਚਕਾਰ ਹੋਏਗੀ ਉਦੋਂ ਵੈਲਿਊ ਕੀ ਹੋਏਗੀ 0 ਹੋਏਗੀ। ਇਹਨੂੰ ਤਾਂ ਤੁਸੀਂ 0 ਰੱਖਣਾ ਹੀ ਰੱਖਣਾ ਹੈ। ਹੁਣ ਬਾਕੀ ਤੁਸੀਂ ਕੀ ਵੈਲਿਊ ਫਾਈਂਡ ਆਊਟ ਕਰਨੀ ਹੈ, AR-5 ਦੀ ਵੈਲਿਊ ਪਤਾ ਕਰਨੀ ਹੈਗੀ ਇੱਥੋਂ ਵੈਨ R ਇਜ਼ ਗ੍ਰੇਟਰ ਦੈਨ ਇਕੁਅਲ ਟੂ 5। ਇਹ ਕਿਸ ਤਰ੍ਹਾਂ ਪਤਾ ਕਰੋਗੇ, ਦੇਖੋ ਇਹ AR ਦੀ ਵੈਲਿਊ ਹੈ, ਤੁਸੀਂ R-5 ਦੀ ਪਤਾ ਕਰਨਾ ਹੈ। ਤੁਸੀਂ ਕਰਨਾ ਰਿਪਲੇਸ ਕਰਨਾ R ਨੂੰ R-5 ਨਾਲ ਰਿਪਲੇਸ ਕਰ ਦਿਓ। ਜਿੱਥੇ ਜਿੱਥੇ R ਆ ਉੱਥੇ R-5 ਲਿਖ ਦਿਓ। R ਦੀ ਜਗ੍ਹਾ 'ਤੇ R-5 ਲਿਖਤਾ, ਇੱਥੇ ਵੀ R ਦੀ ਜਗ੍ਹਾ 'ਤੇ ਆਪਾਂ ਨੇ R-5 ਲਿਖਤਾ, 1 ਤੇ 2 ਉਸੇ ਤਰ੍ਹਾਂ ਰਹਿਣਗੇ, ਇੱਥੇ ਵੀ R ਦੀ ਜਗ੍ਹਾ 'ਤੇ R-5 ਲਿਖਤਾ, ਕਲੀਅਰ। ਤਾਂ ਆਪਣੇ ਕੋਲੇ R-5 AR-5 ਦੀ ਆਪਾਂ ਵੈਲਿਊ ਫਾਈਂਡ ਆਊਟ ਕਰਾਂਗੇ। ਤਿੰਨੋਂ ਪਾਸੇ +5 ਕਰ ਦਿਓ ਕਿਉਂਕਿ ਆਪਾਂ R ਵਾਸਤੇ ਕੱਢਾਂਗੇ ਵੈਲਿਊ। +5 ਕੀਤਾ, ਇੱਥੇ 5 ਆ ਜਾਏਗਾ, ਇੱਥੇ R ਰਹਿ ਜਾਏਗਾ, ਇੱਥੇ 15 ਬਣ ਜਾਏਗਾ ਤੁਹਾਡੇ ਕੋਲੇ। 5 ਲੈਸ ਦੈਨ ਇਕੁਅਲ ਟੂ R ਲੈਸ ਦੈਨ ਇਕੁਅਲ ਟੂ 15। ਇੱਥੇ ਤੁਸੀਂ +5 ਕੀਤਾ, ਇਕੱਲਾ ਆ ਰਹਿ ਜਾਏਗਾ, +11 + 5 16 ਬਣ ਜਾਏਗਾ। ਤਾਂ ਯਾਨੀ ਕਿ 1 ਜਿਹੜੀ ਵੈਲਿਊ ਕਦੋਂ ਹੋਲਡ ਕਰੇਗੀ, ਜਦੋਂ R ਦੀ ਵੈਲਿਊ 5 ਤੇ 15 ਦੇ ਵਿਚਕਾਰ ਹੋਏਗੀ, ਤੇ 2 ਵੈਲਿਊ ਹੋਲਡ ਕਰੇਗੀ ਵੈਨ R ਇਜ਼ ਗ੍ਰੇਟਰ ਦੈਨ ਇਕੁਅਲ ਟੂ 16। ਤਾਂ ਆਹ ਤਿੰਨੋਂ ਰਿਜ਼ਲਟ ਜਿਹੜੇ ਹੈਗੇ ਆ ਉਹ ਆਪਣੇ ਕੋਲੇ ਆ ਗਏ। 0 ਤੋਂ 4 ਦੇ ਵਿਚਕਾਰ ਆਪਣੇ ਕੋਲੇ ਵੈਲਿਊ 0 ਹੋਏਗੀ, ਇਹ ਪਹਿਲਾਂ ਹੀ ਆਪਣੇ ਕੋਲੇ ਰਿਜ਼ਲਟ ਹੋਲਡ ਕਰਦਾ। ਇਸ ਤਰ੍ਹਾਂ ਤੁਸੀਂ ਜਿਹੜਾ ਹੈਗੇ ਇਸ ਰਿਜ਼ਲਟ ਨੂੰ ਕੱਢ ਸਕਦੇ ਹੋਗੇ। ਕੋਈ ਵੀ ਇੱਦਾਂ ਦੇ ਸਮਸ ਤੁਹਾਨੂੰ ਅੱਗੇ ਵੀ ਆਉਣਗੇ। ਨੈਕਸਟ ਆਪਣੇ ਕੋਲੇ ਆ ਜਾਂਦਾ ਜੇ ਨੈਗੇਟਿਵ ਵੈਲਿਊ ਹੋ ਜਾਵੇ, S-IA ਦੀ ਵੈਲਿਊ ਤੁਸੀਂ ਨੂਮੈਰਿਕ ਫੰਕਸ਼ਨ ਇਹਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਤਾਂ ਤੁਸੀਂ ਇਹਦੇ ਵਿੱਚ ਕੀ ਕਰਨਾ ਹੈਗਾ, S-IA is a numeric function whose value R is given by BR ਲਿਖ ਲਓ, ਚਾਹੇ ਸਿੱਧਾ ਹੀ ਇਹਨੂੰ ਤੁਸੀਂ ਲਿਖ ਸਕਦੇ ਹੋ। S-IA is equal to ਕਿਹਦੇ ਹੁੰਦਾ ਹੈ AR + I, ਠੀਕ ਹੈ। ਇਹ ਰਿਜ਼ਲਟ ਤੁਸੀਂ ਯਾਦ ਰੱਖਣਾ ਹੈ ਵੈਨ R is greater than equal to 0। ਜਿਵੇਂ ਇਹਦੇ ਵਿੱਚ ਤੁਸੀਂ ਆਹ ਵਾਲਾ ਰਿਜ਼ਲਟ ਯਾਦ ਰੱਖਿਆ ਸੀ, ਉਵੇਂ ਤੁਸੀਂ ਇਹਦੇ ਵਿੱਚ ਵੈਲਿਊ ਯਾਦ ਰੱਖਣੀ ਹੈ ਕਿ S-IA ਦੀ ਵੈਲਿਊ ਕਿਹਦੇ ਇਕੁਅਲ ਹੈ AR + I ਵੈਨ R ਇਜ਼ ਗ੍ਰੇਟਰ ਦੈਨ ਇਕੁਅਲ ਟੂ 0। ਹੁਣ ਤੁਹਾਨੂੰ ਕਿਹਾ ਜਿਵੇਂ ਕਿ ਇਹ ਕੋਈ ਨੂਮੈਰਿਕ ਫੰਕਸ਼ਨ ਦਿੱਤਾ ਹੈਗਾ AR, ਤੇ ਤੁਸੀਂ S-7A ਦੀ ਵੈਲਿਊ ਫਾਈਂਡ ਆਊਟ ਕਰਨੀ ਹੈਗੀ। ਤਾਂ ਇਹਦੀ ਵੈਲਿਊ ਤੁਸੀਂ ਕਿਸ ਤਰ੍ਹਾਂ ਫਾਈਂਡ ਆਊਟ ਕਰੋਗੇ, S-7A ਹੈ ਤਾਂ ਮਾਈਨਸ ਤਾਂ ਉਸੇ ਤਰ੍ਹਾਂ ਹੀ ਹੈ, ਠੀਕ ਹੈ। ਮਾਈਨਸ ਦਾ ਕੋਈ ਫਰਕ ਨਹੀਂ ਪੈਂਦਾ, ਤੁਸੀਂ I ਦੀ ਵੈਲਿਊ ਕੀ ਕਰਨੀ ਹੈ 7 ਪੁੱਟ ਕਰ ਦੇਣੀ ਹੈ, ਕਲੀਅਰ। I ਦੀ ਵੈਲਿਊ 7 ਪੁੱਟ ਕਰ ਦੇਣੀ ਹੈ। ਇੱਕ ਚੀਜ਼ ਧਿਆਨ ਰੱਖਣੀ ਹੈ ਕਿ R ਇਜ਼ ਗ੍ਰੇਟਰ ਦੈਨ ਇਕੁਅਲ ਟੂ 0 ਹੁੰਦਾ, ਇਸ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ ਹੈ, ਤੇ ਕਲੀਅਰ। ਤਾਂ I ਦੀ ਵੈਲਿਊ ਹੁਣ ਤੁਸੀਂ 7 ਪੁੱਟ ਕਰ ਦਿਓ। I ਦੀ ਵੈਲਿਊ ਜਦੋਂ ਤੁਸੀਂ 7 ਪੁੱਟ ਕਰੋਗੇ ਤਾਂ ਤੁਹਾਡੇ ਕੋਲ ਕੀ ਬਣ ਜਾਏਗਾ AR + 7, ਠੀਕ ਹੈ। AR + 7 ਬਣ ਗਿਆ ਤੁਹਾਡੇ ਕੋਲ, AR + 7 R ਇਜ਼ ਗ੍ਰੇਟਰ ਦੈਨ ਇਕੁਅਲ ਟੂ 0। ਹੁਣ ਤੁਸੀਂ ਵੈਲਿਊ ਕਿਹਦੀ ਕਰਨੀ ਹੈ R + 7 ਦੀ ਵੈਲਿਊ ਕੱਢਣੀ ਹੈਗੀ। ਤੁਹਾਨੂੰ ਉਹ ਵੈਲਿਊ ਕਿੱਥੋਂ ਕੱਢਣੀ ਪਏਗੀ, ਇੱਥੋਂ ਨਿਕਲਣੀ ਪਏਗੀ। ਉਹ R + 7 ਦੀ AR + 7 ਦੀ ਵੈਲਿਊ ਤੁਸੀਂ ਇੱਥੋਂ ਕੱਢੋਗੇ, ਉਵੇਂ ਹੀ ਕੱਢਾਂਗੇ ਜਿਵੇਂ ਆਪਾਂ ਪਹਿਲਾਂ ਕੀਤਾ ਸੀ। R ਦੀ ਜਗ੍ਹਾ 'ਤੇ ਆਪਾਂ ਕੀ ਕਰਾਂਗੇ R + 7 ਲਿਖ ਦਿਓ। ਇਹਦੇ ਇੱਥੇ ਵੀ ਆਪਾਂ ਨੇ ਕੀ ਕੀਤਾ R + 7 ਲਿਖਤਾ, ਇੱਥੇ ਵੀ R + 7 ਲਿਖ ਦਿੱਤਾ, ਇੱਥੇ ਵੀ ਆਪਾਂ ਨੇ R + 7 ਕਰ ਦਿੱਤਾ, ਕਲੀਅਰ। ਤੇ R + 7 ਕਰ ਦਿੱਤਾ। ਹੁਣ ਦੇਖੋ R + 7 ਹੈਗਾ, ਆਪਣੇ ਕੋਲੇ ਵੈਲਿਊ ਕੀ ਬਣ ਜਾਏਗੀ, ਦੇਖੋ ਬੇਟਾ 0 ਲੈਸ ਦੈਨ ਇਕੁਅਲ ਟੂ R + 7 ਲੈਸ ਦੈਨ ਇਕੁਅਲ ਟੂ 10,
ਤੇ r+7 ਲੈਸ ਦੈਨ ਗ੍ਰੇਟਰ ਦੈਨ ਇਕੁਅਲ ਟੂ 11। ਕਲੀਅਰ। ਤਾਂ ਆ ਆਪਣੇ ਕੋਲੇ ਜਿਹੜੀ ਹੈਗੀ ਉਹ ਵੈਲਿਊ ਹੈਗੀ r+7। ਹੁਣ ਤਿੰਨੋਂ ਇਹਦੇ ਵਿੱਚ ਕੀ ਆ, ਹੁਣ ਆਪਾਂ ਨੇ r ਬਣਾਉਣਾ, -7 ਕਰ ਦਿਓ। -7 ਕਰਾਂਗੇ ਤਾਂ -7 ਲੈਸ ਦੈਨ ਇਕੁਅਲ ਟੂ r, ਇੱਥੇ ਇਕੱਲਾ r ਰਹਿ ਜਾਏਗਾ। ਲੈਸ ਦੈਨ ਇਕੁਅਲ ਟੂ 10 - 7 ਕਿੰਨਾ ਬਣ ਜਾਏਗਾ, 3 ਬਣ ਜਾਏਗਾ। ਇਹਦੇ ਵਿੱਚ -7 ਕਰ ਦਿਓ ਤਾਂ r ਰਹਿ ਜਾਏਗਾ ਗ੍ਰੇਟਰ ਦੈਨ ਇਕੁਅਲ ਟੂ 11 - 7 ਕੀਤਾ ਤਾਂ ਤੁਹਾਡੇ ਕੋਲੇ ਕੀ ਰਹਿ ਜਾਏਗਾ, 4 ਬਣ ਜਾਏਗਾ। ਆਪਣੇ ਕੋਲੇ ਵੈਲਿਊ ਆ ਗਈ ਨਾ। ਯਾਨੀ ਜਿਹੜਾ ਆਹ ਨੈਗੇਟਿਵ ਹੈ, ਇਹ ਨੈਗੇਟਿਵ ਮੈਂ ਤੁਹਾਨੂੰ ਦੱਸਿਆ ਸੀਗਾ r ਦੀ ਵੈਲਿਊ ਕਦੇ ਵੀ ਨੈਗੇਟਿਵ ਨਹੀਂ ਹੁੰਦੀ। ਇਹਦੀ ਜਗ੍ਹਾ 'ਤੇ ਆਪਾਂ ਇਹਨੂੰ ਰਿਪਲੇਸ ਕਰ ਦੇਵਾਂਗੇ 0 ਨਾਲ। r ਇਜ਼ ਆਲਵੇਜ਼ ਗ੍ਰੇਟਰ ਦੈਨ ਇਕੁਅਲ ਟੂ 0 ਹੀ ਹੁੰਦਾ। ਤਾਂ ਜੇ ਨੈਗੇਟਿਵ ਵੈਲਿਊ ਵੀ ਆ ਜਾਂਦੀ ਹੈ ਤਾਂ ਆਪਾਂ ਉਹਨੂੰ 0 ਹੀ ਲਿਖ ਦੇਵਾਂਗੇ। ਤਾਂ ਯਾਨੀ ਕਿ ਜਦੋਂ r ਦੀ ਵੈਲਿਊ 0 ਤੋਂ 3 ਦੇ ਵਿਚਕਾਰ ਹੋਏਗੀ, ਆਪਣੇ ਕੋਲ ਇਹਦੀ ਵੈਲਿਊ ਕੀ ਆ ਜਾਏਗੀ 1, ਤੇ ਜਦੋਂ r ਦੀ ਵੈਲਿਊ ਗ੍ਰੇਟਰ ਦੈਨ ਇਕੁਅਲ ਟੂ 4 ਹੋਏਗੀ ਇਹਦੀ ਵੈਲਿਊ ਕੀ ਆ ਜਾਏਗੀ 2। ਸਿੰਪਲ ਕੀ ਕਰਨਾ ਤੁਸੀਂ, ਇਸ ਰਿਜ਼ਲਟ ਨੂੰ ਤੇ ਇਹ ਵਾਲੇ ਰਿਜ਼ਲਟ ਨੂੰ ਯਾਦ ਰੱਖਣਾ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦਾ ਸਮ ਜਿਹੜਾ ਹੈਗਾ ਸੋਲਵ ਕਰਨ ਵਾਸਤੇ ਆਉਂਦਾ ਹੈਗਾ। ਉਸ ਤੋਂ ਬਾਅਦ ਆ ਜਾਂਦਾ ਅਸਿਮਟੋਟਿਕ ਬਿਹੇਵੀਅਰ ਆਫ ਨਿਊਮੈਰਿਕ ਫੰਕਸ਼ਨ। ਅਸਿਮਟੋਟਿਕ ਬਿਹੇਵੀਅਰ ਕੀ ਹੁੰਦਾ ਹੈਗਾ, ਅਸਿਮਟੋਟਿਕ ਬਿਹੇਵੀਅਰ ਜੇ ਇਹ ਆਪਣੇ ਕੋਲੇ ਕੋਈ ਨਿਊਮੈਰਿਕ ਫੰਕਸ਼ਨ ਹੈ ਤਾਂ ਅਸਿਮਟੋਟਿਕ ਬਿਹੇਵੀਅਰ ਆਫ ਦਾ ਨਿਊਮੈਰਿਕ ਫੰਕਸ਼ਨ ਇਹ ਮੀਨਸ ਦਾ ਵੈਲਿਊ ਆਫ ਦਾ ਫੰਕਸ਼ਨ ਵੇਰੀਜ਼ ਫੋਰ ਦਾ ਲਾਰਜ ਆਰ। ਕਿ ਜਿਸ ਤਰ੍ਹਾਂ ਆਪਾਂ ਆਰ ਦੀ ਵੈਲਿਊ 'ਚ ਚੇਂਜਸ ਕਰਾਂਗੇ ਤਾਂ ਜਿਹੜਾ ਫੰਕਸ਼ਨ ਹੈ ਨਿਊਮੈਰਿਕ ਫੰਕਸ਼ਨ ਇਹ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਚੇਂਜਸ ਹੁੰਦੀਆਂ, ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ, ਅਸਿਮਟੋਟਿਕ ਬਿਹੇਵੀਅਰ ਆਫ ਦਾ ਨਿਊਮੈਰਿਕ ਫੰਕਸ਼ਨ। ਕਲੀਅਰ। ਕਿ ਆਰ ਦੀ ਵੈਲਿਊ ਦੇ ਵਿੱਚ ਚੇਂਜਸ ਕਰਨ ਨਾਲ ਨਿਊਮੈਰਿਕ ਫੰਕਸ਼ਨ ਦੇ ਬਿਹੇਵੀਅਰ 'ਚ ਕੀ ਚੇਂਜਸ ਹੁੰਦੇ ਆ ਉਹਨੂੰ ਆਪਾਂ ਅਸਿਮਟੋਟਿਕ ਬਿਹੇਵੀਅਰ ਕਹਿੰਦੇ ਹਾਂ। ਐਗਜ਼ਾਮਪਲ ਤੋਂ ਸਮਝਦੇ ਹਾਂ। ਹੁਣ ਜਿਵੇਂ ਸਪੋਜ਼ ਆਪਾਂ ਨੂੰ ਨਿਊਮੈਰਿਕ ਫੰਕਸ਼ਨ ਗਿਵਨ ਹੈ ਕਿ AR ਇਜ਼ ਇਕੁਅਲ ਟੂ 7 ਫੋਰ r ਗ੍ਰੇਟਰ ਦੈਨ ਇਕੁਅਲ ਟੂ 0। ਹੁਣ ਤੁਸੀਂ ਇੱਥੇ r ਦੀ ਜਿਹੜੀ ਮਰਜ਼ੀ ਵੈਲਿਊ ਲਈ ਜਾਓ, ਠੀਕ ਹੈ, r ਦੀ ਜੋ ਮਰਜ਼ੀ ਵੈਲਿਊ ਲਈ ਜਾਓ, ਇਨਕਰੀਜ਼ਿੰਗ ਵੈਲਿਊ ਲਈ ਜਾਓ ਚਾਹੇ ਡਿਕਰੀਜ਼ਿੰਗ ਵੈਲਿਊ ਲਈ ਜਾਓ, ਇਹਦੀ ਵੈਲਿਊ ਕੀ ਹੈ, ਕੌਨਸਟੈਂਟ ਵੈਲਿਊ ਹੈ। ਤਾਂ ਜਦੋਂ ਕੌਨਸਟੈਂਟ ਵੈਲਿਊ ਹੈਗਾ ਤਾਂ ਮੀਨਸ ਇਹਦੇ ਬਿਹੇਵੀਅਰ 'ਚ ਕੋਈ ਚੇਂਜ ਨਹੀਂ ਹੋਵੇਗਾ, ਰਿਮੇਨਸ ਕੌਨਸਟੈਂਟ, ਇਹ ਕੌਨਸਟੈਂਟ ਹੀ ਰਹੇਗੀ। ਤਾਂ ਮੀਨਸ ਇਹਦੇ ਬਿਹੇਵੀਅਰ 'ਚ ਕੋਈ ਚੇਂਜ ਨਹੀਂ। ਬਟ ਜੇ ਆਪਾਂ BR ਇਜ਼ ਇਕੁਅਲ ਟੂ 5 ਦੀ r ਲੈਣੀ, ਨਿਊਮੈਰਿਕ ਫੰਕਸ਼ਨ BR ਇਜ਼ ਇਕੁਅਲ ਟੂ 5 ਦੀ ਪਾਵਰ r ਲੈਣੇ ਨੇ ਤਾਂ ਇਹਦੇ ਬਿਹੇਵੀਅਰ ਦੇ ਵਿੱਚ ਚੇਂਜ ਆਏਗਾ। ਜਿਵੇਂ ਜਿਵੇਂ ਆਪਾਂ r ਦੀ ਵੈਲਿਊ ਨੂੰ ਇਨਕਰੀਜ਼ ਕਰਦੇ ਚਲੇ ਜਾਵਾਂਗੇ, ਜਿਹੜਾ ਨਿਊਮੈਰਿਕ ਫੰਕਸ਼ਨ ਹੈ ਇਹਦੀ ਵੀ ਵੈਲਿਊ ਕੀ ਹੋਈ ਜਾਏਗੀ, ਇਨਕਰੀਜ਼ ਹੁੰਦੀ ਚਲੀ ਜਾਏਗੀ, ਹੈ ਨਾ। ਜਿਵੇਂ r ਦੀ ਵੈਲਿਊ 1 ਹੈ ਤਾਂ 5 ਦੀ ਪਾਵਰ 1 5, ਜੇ r ਦੀ ਵੈਲਿਊ 2 ਹੈ ਤਾਂ 5 ਦੀ ਪਾਵਰ 2 25 ਹੋ ਜਾਏਗਾ, ਜੇ 3 ਹੈ ਤਾਂ ਉਹਦੇ ਅਕੋਰਡਿੰਗ 5 ਦੀ ਪਾਵਰ 3 125। ਇਸ ਤਰ੍ਹਾਂ ਜਿਵੇਂ ਜਿਵੇਂ ਆਪਾਂ r ਦੀ ਵੈਲਿਊ ਇਨਕਰੀਜ਼ ਕਰਦੇ ਚਲੇ ਜਾ ਰਹੇ ਹਾਂ ਤਾਂ BR ਦੀ ਨਿਊਮੈਰਿਕ ਫੰਕਸ਼ਨ ਦੀ ਵੈਲਿਊ ਵੀ ਇਨਕਰੀਜ਼ ਹੋ ਰਹੀ ਹੈ। ਤਾਂ ਥਰਡ ਆਪਾਂ ਨੇ ਨਿਊਮੈਰਿਕ ਫੰਕਸ਼ਨ ਲੈਤਾ CR ਇਜ਼ ਇਕੁਅਲ ਟੂ 5/r। ਹੁਣ ਇਹਦੇ ਵਿੱਚ ਕੀ ਹੈ, ਜਿਵੇਂ ਜਿਵੇਂ ਆਪਾਂ r ਦੀ ਵੈਲਿਊ ਇਨਕਰੀਜ਼ ਕਰਦੇ ਚਲੇ ਜਾਵਾਂਗੇ ਜਿਹੜਾ ਨਿਊਮੈਰਿਕ ਫੰਕਸ਼ਨ ਹੈ ਇਹਦੀ ਵੈਲਿਊ ਡਿਕਰੀਜ਼ ਹੁੰਦੀ ਚਲੀ ਜਾਏਗੀ ਕਿਉਂਕਿ ਵੱਡੇ ਦੇ ਵਿੱਚ ਟਰਮ ਆ ਗਈ, ਹੈ ਨਾ। ਤਾਂ ਇਸ ਤਰ੍ਹਾਂ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਅਸਿਮਟੋਟਿਕ ਬਿਹੇਵੀਅਰ ਕਹਿ ਦਿੰਦੇ ਹਾਂ ਆਫ ਦਾ ਨਿਊਮੈਰਿਕ ਫੰਕਸ਼ਨ। ਕਿ r ਦੇ ਵਿੱਚ ਇਨਕਰੀਜ਼ ਕਰਨ ਨਾਲ, ਠੀਕ ਹੈ, ਲਾਰਜ ਆਰ ਦਾ ਮਤਲਬ ਕੀ ਹੈਗਾ ਕਿ ਜਿਵੇਂ ਜਿਵੇਂ r ਨੂੰ ਆਪਾਂ ਲਾਰਜ ਜਾਂ ਇਨਕਰੀਜ਼ ਕਰਦੇ ਜਾ ਰਹੇ ਹੈਗੇ, ਨਿਊਮੈਰਿਕ ਫੰਕਸ਼ਨ ਆਪਣੇ ਬਿਹੇਵੀਅਰ ਨੂੰ ਕਿਵੇਂ ਚੇਂਜ ਕਰ ਰਿਹਾ ਹੈਗਾ ਜਾਂ ਉਹ ਕੌਨਸਟੈਂਟ ਰਹਿ ਰਿਹਾ, ਦੈਟ ਇਜ਼ ਦਾ ਅਸਿਮਟੋਟਿਕ ਬਿਹੇਵੀਅਰ ਉਹਨੂੰ ਆਪਾਂ ਕਹਿ ਦਿੰਦੇ ਹਾਂ। ਕਲੀਅਰ। ਉਸ ਤੋਂ ਬਾਅਦ ਜਿਹੜਾ ਹੈਗਾ ਆਪਣੀਆਂ ਐਗਜ਼ਾਮਪਲਸ ਸਟਾਰਟ ਹੋ ਜਾਂਦੀਆਂ ਹੈਗੀਆਂ। ਐਗਜ਼ਾਮਪਲ ਨੰਬਰ ਆਪਣੇ ਕੋਲੇ 1 ਹੈਗੀ ਜਿਵੇਂ ਕਿ ਸਪੋਜ਼ ਵੀ ਡਿਪੋਜ਼ਿਟ ₹100 ਇਨ ਸੇਵਿੰਗ ਅਕਾਊਂਟ ਐਟ ਐਨ ਇੰਟਰਸਟ ਰੇਟ ਆਫ 7% ਪਰ ਈਅਰ। ਠੀਕ ਹੈ, ਆਪਾਂ 100 ਰੁਪਏ ਜਿਹੜੇ ਹੈਗੇ ਸੇਵਿੰਗ ਅਕਾਊਂਟ ਦੇ ਵਿੱਚ ਡਿਪੋਜ਼ਿਟ ਕਰਤੇ ਹੈਗੇ ਅਤੇ ਜਿਸ 'ਤੇ ਆਪਾਂ ਨੂੰ ਰੇਟ ਆਫ ਇੰਟਰਸਟ ਪਰ ਈਅਰ 7% ਮਿਲ ਰਿਹਾ ਹੈਗਾ। ਕੰਪਾਊਂਡਡ ਐਨੂਅਲੀ ਜਿਹੜਾ ਹੈਗਾ ਕੰਪਾਊਂਡ ਕਰ ਰਿਹਾ ਹੈਗਾ। ਐਟ ਦਾ ਐਂਡ ਆਫ ਫਸਟ ਈਅਰ ਦਾ ਟੋਟਲ ਅਮਾਊਂਟ ਆਪਾਂ ਨੂੰ ਕਿੰਨੀ ਮਿਲ ਰਹੀ ਹੈ, 107 ਰੁਪੀਸ। ਐਟ ਦਾ ਐਂਡ ਆਫ ਦਾ ਸੈਕਿੰਡ ਈਅਰ ਆਪਾਂ ਨੂੰ ਟੋਟਲ ਅਮਾਊਂਟ ਮਿਲ ਰਹੀ ਹੈ 114.49 ਰੁਪੀਸ। ਐਂਡ ਆਫ ਥਰਡ ਈਅਰ ਆਪਾਂ ਨੂੰ ਮਿਲ ਰਹੀ ਹੈ 122.50 ਰੁਪੀਸ। ਸੋ ਔਨ ਇਸ ਤਰ੍ਹਾਂ ਆਪਾਂ ਨੂੰ ਮਿਲਦੀ ਜਾ ਰਹੀ ਹੈ। ਤਾਂ ਇਹਨੂੰ ਆਪਾਂ ਕੀ ਕਰਨਾ, ਡਿਸਕ੍ਰਾਈਬ ਕਰਨਾ ਅਮਾਊਂਟ ਇਨ ਦਾ ਅਕਾਊਂਟ ਐਟ ਦਾ ਐਂਡ ਆਫ ਈਚ ਈਅਰ ਬਾਈ ਅ ਨੂਮੈਰਿਕ ਫੰਕਸ਼ਨ। ਇੱਕ ਨੂਮੈਰਿਕ ਫੰਕਸ਼ਨ ਦੀ ਫੋਰਮ ਦੇ ਵਿੱਚ ਇਹਨੂੰ ਆਪਾਂ ਨੇ ਲਿਖਣਾ ਹੈ। ਤਾਂ ਆਪਾਂ ਨੂੰ ਪਤਾ ਹੈ ਕੰਪਾਊਂਡ ਇੰਟਰਸਟ ਜਿਹੜਾ ਹੈਗਾ ਕੱਢਣ ਦਾ, ਐਨੂਅਲੀ ਕੰਪਾਊਂਡ ਇੰਟਰਸਟ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈਗਾ, ਉਹਨੂੰ ਆਪਾਂ ਅਪਲਾਈ ਕਰਾਂਗੇ। A ਇਜ਼ ਇਕੁਅਲ ਟੂ ਪ੍ਰਿੰਸੀਪਲ ਇੰਟੂ 1 + r/100 ਦੀ ਪਾਵਰ
एन प्रिंसीपल, आर रेट ऑफ इंटरस्ट, एन अपने कोले पीरियड ऑफ टाइम होंदा है। इत्थे आपां नूं जिहड़ा हैगा प्रिंसीपल गिवन है 100 आपां ने जिहड़ा हैगा सबमिट करवाया सीगा, ठीक है। ए इज़ अ अमाउंट आफ्टर एन ईयर्स ऑफ प्रिंसीपल पी एट द रेट ऑफ इंटरस्ट जिहड़ी हैगी आपां नूं मिलदी है। तो पी इत्थे 100 हो गया, रेट ऑफ इंटरस्ट आपां नूं गिवन है 7% है, तो एन जिहड़ा हैगा उहनूं आपां आर मान लैने, क्योंकि आपां न्यूमैरिक फंक्शन च आर जिहड़ा हैगा न्यूमैरिक फंक्शन वास्ते यूज़ करदे हैं। तो नंबर ऑफ टाइम्स जिहड़ा ईयर्स है ਉਹਦੇ वास्ते आपां आर यूज़ कर लेने, तो ये अपने न्यूमैरिक फंक्शन हो जाएगा। ये अपना जो न्यूमैरिक फंक्शन है, अपने न्यूमैरिक फंक्शन की वैल्यू पता करनी, तो ए आर की वैल्यू कितनी हो जाएगी, पहले सा 100 1 + 7/100 की पावर आर। तो ये अपने को जी हैगी ये अपने को न्यूमैरिक फंक्शन बन जाएगा। ए आर इज इक्वल टू 100 × 1.07 दी आर। हुण तुसीं इहदे विच की करना, आर नूं वैल्यूज़ दिंदे चले जाओगे तो तुहाडे कोले हर साल दी एंड ते जो तुहानूं अमाउंट मिलनी है वो अमाउंट मिलती चली जाए। जिवें आर दी वैल्यू देखो, तुसीं 1 पुट करके देखो, आर दी वैल्यू 1 पुट की तो 100 × 1.07 हो गया, तो तुहानूं जिहड़ा पहले साल दे एंड ते जिहड़ा हैगा 107 मिल जाएगा। क्लीयर। 2 पुट करोगे तो तुसी जे 0 पुट करोगे देखो तो इत्थे 0 हो जाएगा, तो 1 आ जाएगा। तो 100 तुहाडा स्टार्टिंग अमाउंट सीगे, मीनस तो 1 पहले साल दे एंड ते, फिर 2 तुहाडे सैकेंड दूसरे साल दे एंड ते, ठीक है। 114.49 इस तरह तुहानूं जिहड़ा हैगा ये तुहाडी जिहड़ी है न्यूमैरिक फंक्शन दी तुसी इक्वेशन जिहड़ी हैगी वो बना सकदे होगे। क्लीयर। आर की तो आपां न्यूमैरिक फंक्शन वास्ते यूज़ करते हैं ए आर, दैट इज़। नैक्सट अपने को सैकेंड एग्जाम्पल हैगी कि एक बाल अपने को हैगी है, एक अ बॉल इज़ ड्रॉप्ड टू द फ्लोर फ्रॉम ए हाइट ऑफ 20 मीटर, ठीक है। एक बॉल नूं आपां की कर रहे हैं, ड्रॉप कर रहे हैं, हाइट 20 मीटर की हाइट, मीनस छत आपां सपोज किसी छत ते खड़े हैंगे जिहड़ी कि ग्राउंड तो 20 मीटर की हाइट ते हैगी, उत्थों आपां बॉल नूं की कर रहे हैं, ड्रॉप कर रहे हैंगे। सपोज दैट द बॉल ऑलवेज रिबाउंड्स टू ईच हाफ ऑफ द हाइट फ्रॉम विच इट फॉल्स। तो जदों आपां हुण देखो बॉल नूं नीचे फॉल करांगे, जदों नीचे उहनूं सिटांगे तो ओबीअसली वो की करेगी, बाउंस लेगी ना, उपर नूं उछलेगी, ठीक है। उपर नूं जदों वो उछलेगी तो आपां ने वो सपोज कर लिया कि हर बारी वो पहली बार नालों की कर रही है, हाफ हाइट ले रही है। जानी कि जदों आपां उहनूं 20 फीट की हाइट तो फेंकिया तो उन्हें जदों पहला बाउंस लत्ता गा तो वो पहली हाइट नालों हाफ जानी कि 10 फीट हो गया। फिर जदों उन्हें दूसरा बाउंस लत्ता तो वो नालों हाफ 5 फीट हो गया। जदों तीसरा लत्ता अद्दू घट हो गया। इस तरह हो गया, हाफ बाउंस ले रही हैगी। तो अपना नैक्सट आ जाता है कि लैट ए आर डिनोट द हाइट। ए आर किनू डिनोट कर रहा है, हाइट इट रीचस इन द आर एथ रीबाउंड। ए आर किनू डिनोट कर रहा है कि वो वाली हाइट नूं डिनोट कर रहा है आरथ रीबाउंड नूं, हाइट इट रीचस इन द आरथ रीबाउंड। स्कैच द न्यूमैरिक फंक्शन ए आपां ने जिहड़ा हैगा न्यूमैरिक फंक्शन की वैल्यू कड्ढनी है। हुण इहदे वास्ते जिवें कि आपां फस्ट एग्जाम्पल च कड्ढी सी कि जे ए आर किनू डिनोट कर रहा है, हाइट नूं डिनोट कर रहा है जदों ये आरथ रीबाउंड ते पहुँच जाएगा। क्लियर। डिनोट द हाइट इट रीचस इन द आरथ रीबाउंड। तो हुण इहदे विच अपने कोले की है, ए आर जिन्हों डिनोट कर रहे बाल विच इन द आर एथ रीबाउंड। तो देयरफॉर की है जदों 0th रीबाउंड है, 0th रीबाउंड है मीनस कोई रीबाउंड नहीं है, तो मीनस आपां कितनी हाइट ते हैं, 20 मीटर की हाइट ते हैं। क्लीयर। तो ए नोट की वैल्यू की होगी 0th रीबाउंड, ए नोट की वैल्यू कितनी होगी 20 मीटर होगी। जो फस्ट रीबाउंड है उदों वो कितनी हाइट ते है 10 मीटर की हाइट, यानी A1 की वैल्यू कितनी होगी 10। जो वो थर्ड रीबाउंड तो ओदी हाइट कितनी हैगी 2, ओदा हाफ करता 5। जो थर्ड रीबाउंड है 2.5, जो फोर्थ है तो 1.25। हर बार आपां की कर रहे हैं, हाफ करते चले हैं। तो न्यूमैरिक फंक्शन किस तरह का बन जाएगा अपने को, न्यूमैरिक वैल्यूज़ अपने को किस तरह के बने 20 10 5 इस तरह हर बार की हाफ होंदियां चलियां जा रही हैं। तो जे आपां इहनूं कैलकुलेट करिए तो यह की बन रही है अपने को जदों R = 0 है,
ठीक है। स्टार्टिंग जो फस्ट है आर इक्वल टू 0 है वैल्यू उदों तो यदी 20 है, तो आर ग्रेटर दैन इक्वल टू 1 वास्ते की है ए आर माइनस 1/2। ये आप अपने को फिर कैलकुलेट करांगे कि हर पिछली हाइट नालों की ये हाफ होंदी चली जा रही है। ए आर माइनस 1/2 अपने को जिहड़ा हैगा ये आ जाएगा। ओके, क्योंकि हुण देखो ये वैल्यूज पुट करके देखो, जो 1 पुट करोगे 1 माइनस 1 0, ए नॉट अपॉन 2, ठीक है। ए नॉट अपॉन यानी कि जो फस्ट रिबाउंड से वो वैल्यू कितनी आ जाएगी 10, 20/2 इस तरह। अगला जिहड़ा हैगा अपने को कि बी आर डिनोट द लॉस इन हाइट। हुण बी आर किनू डिनोट कर रहा है, लॉस इन हाइट ड्यूरिंग द आर एथ रिबाउंड, कि आर एथ रिबाउंड दे विचों जिन्नी हाइट लॉस कर रहा है। एक्सप्रैस बी आर इन टर्म्स ऑफ न्यूमैरिक फंक्शन, फिर आप इनू शो करना है बी आर इन टर्म्स ऑफ ए आर, स्कैच द न्यूमैरिक फंक्शन बी उस तरीके ना। हुण इहदा मतलब की है लॉस इन हाइट अकॉर्डिंग टू द प्रॉब्लम बी आर इज़ द लॉस इन द हाइट ड्यूरिंग द आर एथ रिबाउंड, जिन्नी वो हाइट लॉस कर रहे हैं। ओरिजिनली वैन द बॉल इज़ अबाउट टू फॉल, जो बॉल की है नीचे गिरेगी 0th रिबाउंड ते है, द लॉस इन हाइट की है 0। जो लॉस इन हाइट ਨੂੰ शो कर रहा है, जो 0th रिबाउंड ਤੇ मीनस ਉਹਦਾ कोई रिबाउंड नहीं हो रहा, तो उदों कितनी हाइट लॉस कर रहा, कोई हाइट नहीं लॉस कर रहा हैगा। उदों तो वो बिल्कुल अपने को की है कोई हाइट नहीं लॉस कर रहा, क्योंकि वो उपर है तो वो हाइट कोई मीनस वो उन्नी ही हाइट कहता बी नोट की वैल्यू कितनी आ जाएगी अपने को 0 आ जाएगी। क्लीयर। तो जो आफ्टर फस्ट रिबाउंड, जो वो फस्ट रिबाउंड करेगा, पहली बार जो वो रिबाउंड करेगा उदों वो कितनी हाइट लॉस कर देगा 10, ठीक है। उदों अपनी जी हाइट है वो कितनी हाइट जी है द बॉल रिचेस टू हाई हाफ इट्स ओरिजिनल हाइट, ठीक है 20 मीटर। 20 मीटर की जी हाइट है वो जी 10 मीटर हाइट है इनू लॉस कर देगा, ठीक है। तो जो वो अगला रिबाउंड लेगा उदों वो कितनी हाइट लॉस कर देगा इन्नी 15 मीटर, ठीक है, इन्नी हाइट लॉस कर देगा। तो क्लीयर। जो अगला रिबाउंड लेगा तो वो अगला जरा 17.5 मीटर जी हैगी है हाइट, इस तरह वो हाइट लॉस करता चला जाएगा। तो हर बार की है वो इन टर्म्स ऑफ ए जो आप लिखे तो ये ए नोट माइनस ए आर बन जाएगा अपने को। क्लीयर, क्योंकि बी ए की वैल्यू अपने को आह सी, बी की वैल्यू अपने को आह बन जाएगी। तो हर बार की हो गया जे ए नोट के विचों आप ए आर नू माइनस कर दीए, ठीक है, यानी कि ए नोट नू पहला किया तो अपने को ए नोट माइनस ए आर नू अपने करना है ए नोट माइनस ए नोट हो गया तो जी सॉरी आर की वैल्यू 0 आप पुट कर रहे हैं। ए नोट की वैल्यू अपने को कितनी हैगी 20, 20 माइनस 20 0, 20 माइनस फिर 10 आ जाएगा 10, 20 माइनस 5 15, इस तरह अपने को यही वैल्यूज़ आ जाएगी। जी थर्ड एग्जाम्पल है, थर्ड एग्जाम्पल के आपने एडिशन शो करनी है तो सबट्रैक्शन मल्टीप्लिकेशन ए अपने को है ए आर तो आपू बी आर दो न्यूमैरिक फंक्शनस गिवन है, इन्हों की आप एडिशन करनी है, ठीक है। ये तो मैं पहला भी दसिया सीगा एडिशन आप किस तरह करनी हैगी। दो फंक्शनस आपू गिवन है ए आर प्लस बी आर, ठीक है। ए आर तो बी आर इन्हों तुम लिख भी सकते हो कि ए नोट ए वन की वैल्यूज़ देखो 0 तो 1 के विचकार है, तो इत्थे 0 तो 2 के विचकार है। पहला तुहाडे कोल वैल्यूज़ जिहड़ियां हैगियां तो तुसीं इन्हां नूं लिख सकते होगे 0 तो जदों ए इनू तुसीं लिखोगे तो इत्थे तो तुहाडा 0 ही आ रहा, तो जानी कि 0 तो 1 के विचकार तुहाडे कोल सेम यही वैल्यू रह जाएगी 3 माइनस 12, क्योंकि इत्थे तो प्लस 0 ही होएगा तो सेम यही वैल्यू रह जाएगी। जो 2 आ गया उदों तुसीं कैलकुलेट करोगे आर इज इक्वल टू 2 वास्ते 4, ये सेम अपने को फिर मल्टीप्लाई आपां ने कर देना है। थर्ड हैगा तुहाडा कन्वोल्यूशन वाला, कन्वोल्यूशन दे विच की करना है ए आर इंटू बी आर आपां ने करना है। न्यूमैरिक फंक्शन आपां नूं गिवन है 1 3 1 2 ए डॉट करी ए आर इंटू बी आर माइनस 1, ये सिंपल ही हो जाएगा बेटा, ठीक है। इनू तुसीं कर लियो। तो फिफ्थ एग्जाम्पल तुहानूं उस तरीके बैकवर्ड डिफरेंस तो फॉरवर्ड डिफरेंस शो किया होया, ये तुहानूं दस्सिया होया सी ते एस स्केयर। हुण इहदे विच तुहानूं जिवें पहलां दस्सिया सीगा ए आर तुहानूं गिवन है, ठीक है। इत्थे आई की वैल्यू हुण तुसीं की करनी है 2 ले लेनी है, 2 वैल्यू लैके तुसीं ए आर माइनस 2 आ गया
ਇਹਦੇ ਵਿੱਚ r ਦੀ ਜਗ੍ਹਾ ਤੇ r-2 ਪੁੱਟ ਕਰਕੇ ਤੁਸੀਂ ਵੈਲਿਊਜ਼ ਨੂੰ ਸੋਲਵ ਕਰ ਸਕਦੇ ਹੋ। ਜੇ ਕੋਈ ਡਾਊਟ ਹੈ ਤਾਂ ਬੇਟਾ ਤੁਸੀਂ ਪੁੱਛ ਸਕਦੇ ਹੋਗੇ। ਇਸ ਦੇ ਨਾਲ ਤੁਹਾਡੇ ਜਿਹੜਾ ਹੈਗਾ ਸੈਕਿੰਡ ਚੈਪਟਰ ਕੰਪਲੀਟ ਹੋ ਜਾਂਦਾ ਹੈ। ਨੈਕਸਟ ਲੈਕਚਰ 'ਚ ਆਪਾਂ ਥਰਡ ਚੈਪਟਰ ਸਟਾਰਟ ਕਰਾਂਗੇ। ਥੈਂਕ ਯੂ ਬੇਟਾ।